ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਖਾਸ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ ਤੇ ਅੱਜ ਦੇ ਚਰਚਾ ਦੇ ਵਿਸ਼ੇ ਰਹਿਣਗੇ। ਸਭ ਤੋਂ ਪਹਿਲਾਂ ਅੱਜ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਦੀ ਆਰੰਭਤਾ ਹੋਣੀ ਹੈ ਤੇ ਅੱਜ ਦੇ ਦਿਨ ਦੇ ਵਿੱਚ ਪਾਰਲੀਮੈਂਟ ਸੈਸ਼ਨ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਹੈ। ਖੇਤੀ ਅੰਦੋਲਨ ਦਾ ਕਿੰਨਾ ਕੁ ਅਸਰ ਪਾਰਲੀਮੈਂਟ ਸੈਸ਼ਨ ਦੇ ਆਉਣ ਵਾਲੇ ਦਿਨਾਂ ਦੇ ਉੱਤੇ ਵੇਖਣ ਨੂੰ ਮਿਲ ਸਕਦਾ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਮਾਰਚ ਰੱਦ ਕੀਤਾ ਗਿਆ ਪਾਰਲੀਮੈਂਟ ਜਾਣ ਦਾ, ਉਸ ਦਾ ਕੀ ਪ੍ਰਭਾਵ ਰਹੇਗਾ। ਇਹਨਾਂ ਸਾਰੀਆਂ ਖਬਰਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਬਿਆਨ ਹੈ, ਉਸ ਤੇ ਵੀ ਚਰਚਾ ਕਰਾਂਗੇ। ਪੰਜਾਬੀ ਭਾਸ਼ਾ ਨੂੰ ਲੈ ਕੇ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ, ਤੇ ਦੇਸ਼ ਦੀ ਇੱਕ ਹੋਰ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਹੋਇਆ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਸੁਰਿੰਦਰ ਡੱਲਾ ਹੁਣਾਂ ਤੋਂ ਲਵਾਂਗੇ ਤੇ ਡੱਲਾ ਜੀ ਸਟੂਡੀਓ 'ਚ ਮੌਜੂਦ ਨੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਸਾਰੀ ਦੁਨੀਆ ਭਰ ਦੇ ਪੰਜਾਬੀਆਂ ਦਾ ਸਵਾਗਤ ਹੈ ਔਰ ਖ਼ਾਸ ਤੌਰ 'ਤੇ ਮੈਂ ਦੇਖਦਾ ਕਿ ਕੈਨੇਡਾ, ਅਮਰੀਕਾ, UK ਔਰ ਹੋਰ ਬਹੁਤ ਸਾਰੀਆਂ ਕੰਟਰੀਜ਼ ਨੇ ਗਗਨ, ਫਰਾਂਸ, ਜਰਮਨੀ, ਇਟਲੀ, ਫਿਲੀਪਾਈਨਸ, ਬੈਲਜੀਅਮ ਔਰ ਖਾੜੀ ਦੇਸ਼ ਨੇ ਜਿਹੜੇ ਆਪਣੇ, UAE ਹੈ, ਬਹੁਤ ਸਾਰੇ ਮੁਲਕਾਂ ਦੇ ਵਿੱਚ ਲੋਕ ਲਗਾਤਾਰ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਸਾਡੇ ਵੱਖ-ਵੱਖ ਸ਼ੋਅ ਦੇਖਦੇ ਨੇ। ਖਬਰ ਪੜਤਾਲ ਨੂੰ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਦੇਖ ਰਹੇ ਨੇ। ਬਹੁਤ ਸਾਰੇ ਲੋਕਾਂ ਦੇ ਫੋਨ ਵੀ ਆਉਂਦੇ ਨੇ। ਸੋ ਜਿਹੜੇ ਤੁਹਾਡੇ ਸਵਾਲ ਆਉਂਦੇ ਨੇ ਜਾਂ WhatsApp 'ਤੇ ਕੋਈ ਸਵਾਲ ਆਉਂਦੇ ਨੇ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਸ ਪ੍ਰੋਗਰਾਮ 'ਚ ਉਹਨਾਂ ਨੂੰ ਸ਼ਾਮਲ ਕਰੀਏ। ਸੋ ਗਗਨ, ਜਿਹੜੇ ਮੇਰੇ ਤੋਂ ਸਵਾਲ ਪੁੱਛਦੇ ਨੇ, ਇਹਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਗਗਨ, ਉਹ ਸਾਡੇ ਜਿਹੜੇ ਪੰਜਾਬੀ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚੋਂ, ਉਹਨਾਂ ਦੇ ਭੇਜੇ ਵੀ ਹੁੰਦੇ ਨੇ। ਬਿਲਕੁਲ। ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬਹੁਤ ਗੰਭੀਰਤਾ ਦੇ ਨਾਲ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਹੋ ਔਰ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਹਰ ਧਿਰ ਦੀ ਨੁਮਾਇੰਦਗੀ ਕੀਤੀ ਜਾਵੇ, ਨਿਰਪੱਖਤਾ ਦੇ ਨਾਲ ਗੱਲ ਕੀਤੀ ਜਾਵੇ। ਕਿਸੇ ਧਿਰ ਦੀ ਹਮਾਇਤ ਦੀ ਬਜਾਏ ਅਸੀਂ ਪੰਜਾਬੀਅਤ ਨੂੰ ਅੱਗੇ ਰੱਖ ਕੇ ਅੱਗੇ ਵਧੀਏ। ਬਿਲਕੁਲ। ਸੋ ਜੇਕਰ ਕੋਈ ਵੀ ਇਸ ਅਦਾਰੇ ਨੂੰ ਵੇਖਣ ਵਾਲੇ ਲੋਕ ਟਿੱਪਣੀਆਂ ਕਰਦੇ ਨੇ ਤਾਂ ਸੱਭਿਅਕ ਭਾਸ਼ਾ ਦੇ ਵਿੱਚ ਰਹਿ ਕੇ ਹਰ ਇੱਕ ਟਿੱਪਣੀ ਜਿਹੜੀ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ। ਡੱਲਾ ਜੀ, ਸਭ ਤੋਂ ਪਹਿਲਾਂ ਪਾਰਲੀਮੈਂਟ ਸੈਸ਼ਨ ਦੇ ਵੱਲ ਵਧੀਏ ਤਾਂ ਅੱਜ ਪਾਰਲੀਮੈਂਟ ਸੈਸ਼ਨ ਦੀ ਆਰੰਭਤਾ ਹੋਣੀ ਹੈ, ਕਿੱਦਾਂ ਵੇਖ ਰਹੇ ਹੋ? ਇਹ ਬਜਟ ਸੈਸ਼ਨ ਹੈ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੂਜੇ ਪਾਸੇ ਅੰਦੋਲਨ ਚੱਲ ਰਿਹਾ ਹੈ, ਕਿੰਨਾ ਕੁ ਅਸਰ ਤੇ ਪ੍ਰਭਾਵ ਇਹਨਾਂ ਦੋਹਾਂ ਘਟਨਾਵਾਂ ਦਾ ਰਹੇਗਾ? ਦੇਖੋ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਇੱਕ ਘਟਨਾ ਵਾਪਰੀ, ਕੁਝ ਜਿਹੜੇ ਨੌਜਵਾਨਾਂ ਨੇ ਜਾ ਕੇ ਜਿਸ ਘਟਨਾ ਨੂੰ ਅੰਜਾਮ ਦਿੱਤਾ, ਉਹਦੇ ਸਾਈਡ ਇਫੈਕਟ ਦੇ ਰੂਪ 'ਚ ਮੈਂ ਦੇਖ ਰਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਅੱਜ ਸ਼ੁਰੂ ਹੋਣਾ ਹੈ, ਸਰਕਾਰ ਤੇ ਉਸ ਤਰ੍ਹਾਂ ਦਾ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦਾ, ਸਰਕਾਰ ਦਾ ਉਸ ਤਰੀਕੇ ਦਾ ਮਾਦਾ ਨਜ਼ਰ ਨਹੀਂ ਆਉਂਦਾ। 2-3 ਦਿਨ ਪਹਿਲਾਂ 26 ਜਨਵਰੀ ਦੀ ਗਣਤੰਤਰ ਦਿਵਸ ਦੀ ਜਿਹੜੀ ਕਿਸਾਨਾਂ ਦੀ ਪਰੇਡ ਸੀ, ਉਹ ਬੜੀ ਪ੍ਰਭਾਵਿਤ ਰਹੀ ਹੈ। ਦੇਖੋ, ਬਹੁਤ ਵੱਡੀ ਗਿਣਤੀ 'ਚ ਕਹਿੰਦੇ ਉਹ 'ਚ ਟਰੈਕਟਰ ਰਹੇ, ਦਿੱਲੀ ਦੇ ਲੋਕਾਂ ਨੇ ਵੀ ਮਦਦ ਕੀਤੀ, ਖੁਸ਼ ਹੋਏ, ਕਿਸਾਨ ਇਕੱਠੇ ਹੋਏ, ਸਾਰਾ ਰੂਟ ਜਿਹੜਾ ਤੈਅ ਸੀ ਉਹਦੇ ਉੱਪਰ ਇਹ ਅੰਦੋਲਨ ਗਿਆ ਸੀ, ਬੜਾ ਸ਼ਾਂਤੀਪੂਰਵਕ ਚੱਲਿਆ। ਪਰ 25 ਜਨਵਰੀ ਨੂੰ ਕੁਝ ਨੌਜਵਾਨਾਂ ਨੇ ਸ਼ਾਮ ਨੂੰ ਸਿੰਘੂ ਬਾਰਡਰ ਦੀ ਸਟੇਜ 'ਤੇ ਵੀ ਇੱਕ ਤਰੀਕੇ ਨਾਲ ਕਬਜ਼ਾ ਕਰ ਲਿਆ ਸੀ। ਬੜੇ ਉੱਥੇ ਉਹਨਾਂ ਨੇ ਤਿੱਖੇ ਬਿਆਨ ਦਾਗੇ। ਮੈਨੂੰ ਲੱਗਦਾ ਕਿਸਾਨ ਲੀਡਰ ਅਗਰ ਉਦੋਂ ਹੀ ਸਮਝਾ ਦਿੰਦੇ ਉਹਨਾਂ ਨੌਜਵਾਨਾਂ ਨੂੰ ਤੇ ਉਹਨਾਂ ਨੂੰ ਰੋਕ ਦਿੰਦੇ ਔਰ ਕਹਿ ਦਿੰਦੇ ਕਿ ਆਪਾਂ ਪੰਜਾਬ ਦੇ ਭਲੇ ਲਈ, ਕਿਸਾਨੀ ਦੇ ਭਲੇ ਲਈ ਇੱਕੋ ਪ੍ਰੋਗਰਾਮ ਦੇ ਤਹਿਤ ਆਪਾਂ ਟਰੈਕਟਰ ਪਰੇਡ ਕੱਢਣੀ ਹੈ, ਤੇ ਅਗਰ ਉਹ ਨੌਜਵਾਨ ਵੱਖਰੇ ਰੂਟ 'ਚ ਨਾ ਗਏ ਹੁੰਦੇ ਤੇ ਕਿਸਾਨ ਸਾਰੇ ਪੰਜਾਬ ਦੇ ਇਕੱਠੇ ਹੀ ਹੁੰਦੇ ਇੱਕੋ ਰੂਟ 'ਤੇ, ਹਰਿਆਣੇ ਵਾਲਿਆਂ ਦੇ ਨਾਲ, UP ਦਿੱਲੀ ਵਾਲਿਆਂ ਦੇ ਨਾਲ, ਤੇ ਅੱਜ ਸਥਿਤੀਆਂ ਇਹ ਹੋਣੀਆਂ ਸੀ ਕਿ ਪਾਰਲੀਮੈਂਟ ਦੇ ਵਿੱਚ ਸਰਕਾਰ ਜ਼ਰੂਰ ਕੋਈ ਨਾ ਕੋਈ ਭਰੋਸਾ ਦੇਣ ਦੀ ਸਥਿਤੀ 'ਚ ਹੁੰਦੀ। ਪਰ ਅੱਜ ਹਾਲਾਤ ਕਾਫੀ ਬਦਲ ਗਏ ਨੇ ਔਰ ਸਥਿਤੀ ਇਹ ਹੈ, ਦੇਖੋ, ਸਰਕਾਰ ਕਿਤੇ ਨਾ ਕਿਤੇ ਕੋਈ ਨਾ ਕੋਈ ਇਹਨਾਂ ਧਰਨਿਆਂ 'ਤੇ, ਕਿਉਂਕਿ ਦੇਖੋ ਕਈ ਤਰ੍ਹਾਂ ਦੇ ਕੱਲ੍ਹ ਮੈਂ ਦੇਖੇ ਵਿਰੋਧ ਵੀ ਨਜ਼ਰ ਆਏ, ਕਿਤੇ ਪ੍ਰੋਟੈਸਟ ਹੋ ਰਹੇ ਨੇ। ਉਹ ਕਹਿ ਰਹੇ ਨੇ ਕਿਸਾਨਾਂ ਨੂੰ ਕਿ ਤੁਸੀਂ ਜਗ੍ਹਾ ਖਾਲੀ ਕਰ ਦਿਓ, ਜਿਹੜੇ ਆਲੇ ਦੁਆਲੇ ਦੇ ਪਿੰਡ ਵਾਲੇ ਆ, ਜਦ ਕਿ ਪਹਿਲਾਂ ਉਹੀ ਪਿੰਡ ਵਾਲੇ ਕਿੱਡਾ ਸਹਿਯੋਗ ਕਰ ਰਹੇ ਸੀ ਸਾਰਿਆਂ ਨਾਲ। ਇਹ ਜਿਹੜੇ ਬੈਠੇ ਨੇ ਕਿਸਾਨ, ਇਸੇ ਕਰਕੇ ਤਿਰੰਗਾ ਰੈਲੀ ਵੀ ਦੇਖੋ ਉਹਨਾਂ ਨੇ ਕੱਢੀ। ਪਹਿਲੇ ਦਿਨ ਤੋਂ ਤਿਰੰਗੇ ਲਾ ਕੇ ਬੈਠੇ ਹੋਏ ਨੇ, ਟਰੈਕਟਰਾਂ 'ਤੇ ਤਿਰੰਗੇ ਲਾ ਕੇ ਬੈਠੇ ਨੇ। ਉਹ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਸਾਡਾ ਪ੍ਰੋਗਰਾਮ ਲਾਲ ਕਿਲ੍ਹੇ ਵਾਲਾ ਹੈ ਹੀ ਨਹੀਂ ਸੀ, ਅਸੀਂ ਤਾਂ ਪਹਿਲੇ ਦਿਨ ਤੋਂ ਸੰਵਿਧਾਨਕ ਤਰੀਕੇ ਦੇ ਨਾਲ ਸਾਰਾ ਕੁਝ ਕਰ ਰਹੇ ਹਾਂ। ਸੋ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਨੂੰ ਭਾਰੀ ਢਾਹ ਲੱਗੀ ਹੈ ਔਰ ਅੱਜ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਸ਼ੁਰੂ ਹੋਣਾ ਹੈ, ਅੱਜ 29 ਜਨਵਰੀ ਨੂੰ, ਇਹ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈ ਇਹ ਕਿਸੇ ਵੱਖਰੇ ਰੰਗ 'ਚ ਸ਼ੁਰੂ ਹੋਣਾ ਸੀ ਅਗਰ ਇਹ ਘਟਨਾ ਨਾ ਵਾਪਰੀ ਹੁੰਦੀ। ਸੋ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਨੂੰ ਇਸ ਵੱਖਰੇ ਪ੍ਰੋਗਰਾਮ ਨੇ ਕਾਫੀ ਨੁਕਸਾਨ ਪਹੁੰਚਾਇਆ। ਔਰ ਜਿੱਥੋਂ ਤੱਕ ਗੱਲ ਰਹੀ ਅੱਜ ਦੀ ਪਾਰਲੀਮੈਂਟ ਦੇ ਸੈਸ਼ਨ ਦੀ, ਦੇਖੋ ਹੁਣ ਅੱਜ ਤੱਕ ਕਿਸਾਨ ਨੇ ਜਿਹੜੇ ਉਹ ਪੋਲੀਟੀਕਲ ਪਾਰਟੀਆਂ ਨੂੰ ਮੰਚ ਨਹੀਂ ਸੀ ਸਾਂਝਾ ਕਰਨ ਦੇ ਰਹੇ, ਪੋਲੀਟੀਕਲ ਪਾਰਟੀਆਂ ਨੂੰ ਆਪਣੇ ਮੰਚਾਂ 'ਤੇ ਨਹੀਂ ਸੀ ਸੱਦਦੇ, ਕਿਉਂਕਿ ਲਗਾਤਾਰ ਸੱਤਾਧਾਰੀ ਧਿਰ ਇਲਜ਼ਾਮ ਦਿੰਦੀ ਸੀ ਕਿ ਜਿਹੜੇ ਇਹਨਾਂ ਦੇ ਪਿੱਛੇ
ਪੋਲੀਟੀਕਲ ਪਾਰਟੀਆਂ ਨੇ, ਕੋਈ ਅਦ੍ਰਿਸ਼ ਤਾਕਤਾਂ ਨੇ, ਜਿਵੇਂ ਆਪਾਂ ਉਦੋਂ ਗੱਲ ਕੀਤੀਆਂ ਸੀ। ਦੇਖੋ ਹੁਣ ਜ਼ਿੰਮੇਵਾਰੀ ਪੋਲੀਟੀਕਲ ਪਾਰਟੀਆਂ ਦੀ ਵੀ ਬਰਾਬਰ ਹੈ। ਦੇਖੋ ਅੱਜ ਜਿਹੜਾ ਪਾਰਲੀਮੈਂਟ ਦਾ ਸੈਸ਼ਨ 29 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ, ਸਾਡੇ ਬੜੇ ਮਾਨਯੋਗ ਰਾਸ਼ਟਰਪਤੀ ਨੇ ਕੋਵਿੰਦ ਸਾਹਿਬ, ਸੋ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਉਹਨਾਂ ਨੇ ਸੰਬੋਧਨ ਕਰਨਾ ਜੀ। ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਹੈ, ਹਿੰਦੀ 'ਚ ਇਹਨੂੰ ਅਭਿਭਾਸ਼ਣ ਕਹਿੰਦੇ ਨੇ। ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਹੈ। ਰਾਸ਼ਟਰਪਤੀ ਆਪਣੇ ਭਾਸ਼ਣ 'ਚ ਸਰਕਾਰ ਦੀ ਸੋਚ, ਸਰਕਾਰ ਦਾ ਵਿਜ਼ਨ, ਸਰਕਾਰ ਦੀ ਕਾਰਗੁਜ਼ਾਰੀ ਸੰਸਦ ਦੇ ਦੋਹਾਂ ਸਦਨਾਂ ਦੇ ਨਾਲ ਸਾਂਝੀ ਕਰਦੇ ਨੇ ਜੀ। ਔਰ ਨਿਸ਼ਚਿਤ ਤੌਰ ਦੇ ਉੱਤੇ ਰਾਸ਼ਟਰਪਤੀ ਅੱਜ ਜਿਹੜੇ 3 ਖੇਤੀ ਕਾਨੂੰਨ ਹੈ, ਇਹਨਾਂ ਦੇ ਉੱਤੇ ਵੀ ਸਰਕਾਰ ਦਾ ਪੱਖ ਰੱਖਣਗੇ ਜਦੋਂ ਰਾਸ਼ਟਰਪਤੀ ਨੇ ਅੱਜ ਸੰਬੋਧਨ ਕਰਨਾ ਹੈ ਦੋਹਾਂ ਸਦਨਾਂ ਨੂੰ। ਪਰ ਵੱਡਾ ਫੈਸਲਾ ਸਿਆਸੀ ਤੌਰ ਤੇ ਕੀ ਹੋ ਗਿਆ ਕਿ 16 ਦੇ ਕਰੀਬ ਸਾਡੇ ਮੁਲਕ ਦੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ 'ਚ ਕਾਂਗਰਸ ਹੈ, ਸ਼ਰਦ ਪਵਾਰ ਉਹਨਾਂ ਦੀ ਪਾਰਟੀ ਹੈ, ਹੋਰ ਕਈ ਪਾਰਟੀਆਂ ਨੇ। 16 ਦੇ ਕਰੀਬ ਪਾਰਟੀਆਂ ਨੇ। ਮੈਂ ਤੁਹਾਨੂੰ ਸਾਰੀਆਂ ਪਾਰਟੀਆਂ ਦੇ ਨਾਮ ਵੀ ਦੱਸਦਾ, ਪੜ੍ਹ ਕੇ ਮੇਰੇ ਲੈਪਟਾਪ ਦੇ ਵਿੱਚ ਲਿਖੇ ਹੋਏ ਨੇ। ਇਹ ਸਾਰੀਆਂ ਪਾਰਟੀਆਂ ਨੇ ਸੰਸਦ ਦੇ ਪਹਿਲੇ ਦਿਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਰਾਸ਼ਟਰਪਤੀ ਸਾਹਿਬ ਦੇ ਭਾਸ਼ਣ ਦਾ। ਦੇਖੋ ਲੋਕਤੰਤਰ 'ਚ ਇਹ ਵੀ ਜਿਹੜਾ ਦਿਨ ਹੈ ਕਦੇ ਕਦੇ ਆਉਂਦਾ ਹੈ। ਬੜੇ ਸਤਿਕਾਰਯੋਗ ਨੇ ਰਾਸ਼ਟਰਪਤੀ, ਸਾਡੇ ਨਾਗਰਿਕ ਨੇ ਮੁਲਕ ਦੇ। ਦੇਸ਼ ਦੇ ਸੰਵਿਧਾਨ ਨੂੰ ਲਾਗੂ ਕਰਾਉਣ 'ਚ ਕਿੱਡਾ ਵੱਡਾ ਰਾਸ਼ਟਰਪਤੀ ਸਾਹਿਬ ਦਾ ਯੋਗਦਾਨ ਹੁੰਦਾ ਹੈ। ਔਰ ਉਹਨਾਂ ਦਾ ਭਾਸ਼ਣ ਹੋਵੇ, ਪਾਰਲੀਮੈਂਟ ਦਾ ਸੈਸ਼ਨ ਹੋਵੇ ਤੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਬਾਈਕਾਟ ਕਰ ਦੇਣ। ਹੁਣ ਇੱਕ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਕੋਲੇ ਮੌਕਾ ਹੈ, ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁਣ ਤੱਕ ਕਿਸਾਨਾਂ ਨੂੰ ਕਹਿ ਰਹੀਆਂ ਸੀ ਅਸੀਂ ਤੁਹਾਡੇ ਨਾਲ ਆ, ਉਹ ਵੱਖਰੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਤੇ ਚਰਚਾ ਕਰਾਉਣ। ਕੇਂਦਰ ਸਰਕਾਰ ਅਗਰ ਕਹਿ ਰਹੀ ਹੈ ਕਿ ਇਹਦੇ ਫਾਇਦੇ ਨੇ ਤੇ ਵੱਡੀ ਡਿਬੇਟ, ਭਾਵੇਂ ਕਾਨੂੰਨ ਪਾਸ ਹੋ ਗਏ, ਵਿਰੋਧੀ ਪਾਰਟੀਆਂ ਅਗਰ ਰੁਖ ਬਣਾ ਲੈਣ 16 ਦੀਆਂ 16 ਤੇ ਨਵੇਂ ਸਿਰੇ ਤੋਂ ਚਰਚਾ ਹੋ ਸਕਦੀ ਹੈ। ਮੁਲਕ 'ਚ ਲਾਈਵ ਡਿਬੇਟ ਪਾਰਲੀਮੈਂਟ 'ਚ ਜਦੋਂ ਹੋਊਗੀ ਤੇ ਇੱਕ ਪੁਆਇੰਟ ਤੇ ਉੱਥੇ ਗੱਲ ਹੋ ਸਕਦੀ ਹੈ। ਜਿਹੜੇ ਮੰਤਰੀ ਕਹਿੰਦੇ ਸੀ ਕਿ ਬਿੰਦੂਵਾਰ ਗੱਲ ਹੋਵੇ, ਪੁਆਇੰਟ ਟੂ ਪੁਆਇੰਟ ਗੱਲ ਹੋਵੇ। ਸੋ ਵਿਰੋਧੀ ਧਿਰਾਂ ਹੁਣ ਜਿਹੜੀ ਕਿਸਾਨਾਂ ਨਾਲ ਮੀਟਿੰਗਾਂ ਹੁੰਦੀਆਂ ਸੀਗੀਆਂ ਸਾਡੀਆਂ ਮੰਤਰੀਆਂ ਦੀਆਂ, ਅਗਰ ਪਾਰਲੀਮੈਂਟ 'ਚ ਉਸੇ ਤਰੀਕੇ ਦੀ ਗੱਲ ਆ ਜਾਏ ਤਾਂ ਐਟਲੀਸਟ ਦੇਸ਼ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਸਰਕਾਰ ਕਿਹੜੇ ਫਾਇਦੇ ਦੀ ਗੱਲ ਕਰਦੀ ਕਾਨੂੰਨ 'ਚ, ਔਰ ਵਿਰੋਧੀ ਧਿਰਾਂ ਕਿਹੜੇ ਨੁਕਸਾਨ ਦੀਆਂ ਗੱਲ ਕਰਦੀਆਂ। ਦੇਖੋ ਅਗਰ ਮਨਮੋਹਨ ਸਿੰਘ ਹੁੰਦੇ, ਦੇਖੋ ਮਨਮੋਹਨ ਸਿੰਘ ਦਾ ਅਗਰ GST ਲਾਗੂ ਹੁੰਦਾ ਤੇ ਮਨਮੋਹਨ ਸਿੰਘ ਦਾ GST ਵੱਖਰਾ ਹੋਣਾ ਸੀ ਅਰੁਣ ਜੇਤਲੀ ਸਾਹਿਬ ਦੇ GST ਨਾਲੋਂ। ਅਰੁਣ ਜੇਤਲੀ ਸਾਹਿਬ ਵਕੀਲ ਸੀ, ਚਲੋ ਫਾਈਨਾਂਸ ਮਿਨਿਸਟਰ ਵੀ ਬਣਾਏ ਗਏ। ਮਨਮੋਹਨ ਸਿੰਘ ਐਡੇ ਵੱਡੇ ਅਰਥ ਸ਼ਾਸਤਰੀ ਨੇ, ਉਹਨਾਂ ਦਾ ਜਿਹੜਾ ਇਹ 3 ਖੇਤੀ ਕਾਨੂੰਨ ਲਾਗੂ ਕਰਨ ਦਾ ਨਜ਼ਰੀਆ ਵੱਖਰਾ ਹੋ ਸਕਦਾ ਸੀ, ਮੈਨੂੰ ਇਹ ਲੱਗਦਾ। ਸੋ BJP ਨੇ ਆਪਣੇ ਹਿਸਾਬ ਨਾਲ, ਪਰ ਇੱਕ ਡਿਬੇਟ ਪਾਰਲੀਮੈਂਟ ਹੋ ਜਾਣੀ ਚਾਹੀਦੀ ਹੈ। ਪਰ ਵਿਰੋਧੀ ਧਿਰਾਂ ਨੇ ਪਹਿਲੇ ਦਿਨ ਦਾ ਜਿਹੜਾ ਕਾਰਵਾਈ ਹੈ ਰਾਸ਼ਟਰਪਤੀ ਸਾਹਿਬ ਦੀ, ਉਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਔਰ ਇਹ ਵਿਰੋਧੀ ਧਿਰ ਦਾ ਜਿਹੜਾ ਵੱਡਾ ਫੈਸਲਾ ਹੈ। ਔਰ ਪਾਰਲੀਮੈਂਟ ਦਾ ਇਹ ਪੂਰਾ ਸੈਸ਼ਨ ਗਗਨ ਇਹ ਖੂਬ ਹੰਗਾਮੇਦਾਰ ਰਹਿਣ ਵਾਲਾ ਹੈ। ਕੱਲ ਤੋਂ ਬਾਅਦ ਸ਼ਨੀ ਐਤਵਾਰ ਨੂੰ ਮੈਨੂੰ ਨਹੀਂ ਲੱਗਦਾ ਕਿ ਪਾਰਲੀਮੈਂਟ ਦਾ ਸੈਸ਼ਨ ਹੋਏਗਾ। ਆਮ ਤੌਰ ਤੇ ਛੁੱਟੀ ਹੁੰਦੀ ਹੈ ਸ਼ਨੀ ਐਤਵਾਰ ਦੀ, ਪਰ ਆਉਂਦੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਇਸ ਸੈਸ਼ਨ ਦੇ ਕਾਫੀ ਹੰਗਾਮੇਪੂਰਨ ਰਹਿਣ ਦੀ ਸੰਭਾਵਨਾ ਹੈ। ਔਰ ਮੈਂ ਵੀ ਜ਼ਰੂਰ ਕੋਸ਼ਿਸ਼ ਕਰੂੰਗਾ ਗਗਨ ਕਿ ਪਾਰਲੀਮੈਂਟ ਦੇ ਇਸ ਸੈਸ਼ਨ ਦੇ ਦੌਰਾਨ ਜ਼ਰੂਰ ਮੈਂ ਵੀ ਦਿੱਲੀ ਦੇ ਵਿੱਚ ਜਾਵਾਂ ਔਰ ਪੋਲੀਟੀਕਲ ਤੌਰ ਦੇ ਉੱਤੇ ਜਿਹੜੇ ਵੱਖ-ਵੱਖ ਸਾਡੇ ਲੀਡਰ ਨੇ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਪਾਰਲੀਮੈਂਟ 'ਚ ਇਸ ਕਾਨੂੰਨ ਦੇ ਸੰਬੰਧ ਦੇ ਵਿੱਚ, ਉਹਨਾਂ ਨਾਲ ਗੱਲਬਾਤ ਵੀ ਮੈਂ ਕਰਕੇ ਆਵਾਂ। ਸੋ ਇਹ ਵੀ ਬਹੁਤ ਜਲਦ ਮੈਂ ਇਹਦੇ ਤੇ ਫੈਸਲਾ ਕਰਨ ਵਾਲਾ ਹੋ ਸਕਦਾ। ਮੈਂ ਸੋਮਵਾਰ ਨੂੰ ਹੀ ਦਿੱਲੀ ਜਾ ਕੇ ਪਾਰਲੀਮੈਂਟ ਦੀ ਕਾਰਵਾਈ ਜਿਹੜੀ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਖਬਰ ਪੜਤਾਲ ਕਰੀਏ ਜਾਂ 1 to 1 ਉਹਨਾਂ ਦੇ ਨਾਲ ਗੱਲਬਾਤ ਕਰੀਏ ਕਿ ਕਿਵੇਂ ਹੁਣ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਇਹਨਾਂ ਖੇਤੀ ਕਾਨੂੰਨਾਂ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਵਾਜ਼ ਬੁਲੰਦ ਕਰਨਗੀਆਂ। ਰਾਹੁਲ ਗਾਂਧੀ ਦਾ ਰੋਲ ਕੀ ਰਹੂ। ਹੁਣ ਮੈਂ ਪਾਰਟੀਆਂ ਵੀ ਦੱਸਦਾ। ਦੇਖੋ ਕਾਂਗਰਸ ਹੈ, ਇਹਦੇ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਹੈ, ਇਹਦੇ 'ਚ ਸ਼ਿਵ ਸੈਨਾ ਹੈ, ਸਮਾਜਵਾਦੀ ਪਾਰਟੀ ਹੈ, ਲਾਲੂ ਪ੍ਰਸਾਦ ਯਾਦਵ ਵਾਲੀ RJD ਹੈ, ਇਹਦੇ ਵਿੱਚ RSP ਹੈ, PDP ਹੈ, ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਪਹਿਲਾਂ BJP ਨਾਲ ਹੁੰਦਾ ਸੀ, NDA ਦੇ ਨਾਲ ਸ਼੍ਰੋਮਣੀ ਅਕਾਲੀ ਦਲ। ਸੋ ਕਈ ਪਾਰਟੀਆਂ ਨੇ, ਇਹਦੇ ਵਿੱਚ DMK ਹੈ, ਇਹਦੇ 'ਚ ਪੱਛਮੀ ਬੰਗਾਲ ਵਾਲੀ ਬੀਬੀ ਤ੍ਰਿਣਮੂਲ ਕਾਂਗਰਸ ਉਹ ਵੀ ਹੈ, ਔਰ ਸ਼ਿਵ ਸੈਨਾ ਵਾਲੇ ਲੀਡਰ ਵੀ ਨੇ, ਇਹਦੇ ਵਿੱਚ CPI ਵੀ ਹੈ। ਸੋ ਇਹ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਇਹਨਾਂ ਨੇ ਸਮੂਹਿਕ ਤੌਰ ਤੇ ਫੈਸਲਾ ਕੀਤਾ ਹੈ ਕਿ ਅਸੀਂ ਰਾਸ਼ਟਰਪਤੀ ਦੇ ਭਾਸ਼ਣ ਦਾ, ਰਾਸ਼ਟਰਪਤੀ ਦਾ ਜਿਹੜਾ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਹੋਊਗੀ ਉਹਦੇ ਵਿੱਚ ਸ਼ਾਮਲ ਨਹੀਂ ਹੋਣਾ। ਇਹ ਗਗਨ ਬੜੀ ਵੱਡੀ ਗੱਲ ਹੈ। ਇਹਦਾ ਮਤਲਬ ਹੈ ਰਾਸ਼ਟਰਪਤੀ ਦੋਹਾਂ ਸਦਨਾਂ 'ਚ ਜਦੋਂ ਭਾਸ਼ਣ ਦੇਣਗੇ 16 ਵਿਰੋਧੀ ਪਾਰਟੀਆਂ ਹੋਣਗੀਆਂ ਹੀ ਨਹੀਂ। ਹੋ ਸਕਦਾ ਘੱਟ ਵੱਧ ਵੀ ਜਾਣ ਸਵੇਰ ਨੂੰ, ਜਦੋਂ ਨੂੰ ਸੈਸ਼ਨ ਸ਼ੁਰੂ ਹੋਣਾ ਥੋੜ੍ਹੀ ਦੇਰ ਤੱਕ ਸਵੇਰ ਨੂੰ, ਭਾਵ ਕਿਉਂਕਿ ਅਸੀਂ ਬਹੁਤ ਤੜਕੇ ਪ੍ਰੋਗਰਾਮ ਕਰਦੇ ਹਾਂ। ਅਸੀਂ
ਇਹ ਵੀ ਦੱਸਦੀ ਹੈ ਅੱਜ ਗਗਨ, ਸਾਡੇ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਦੁਨੀਆ ਭਰ ਦੇ, ਭਾਰਤੀ ਸਮੇਂ ਦੇ ਮੁਤਾਬਕ, ਇੰਡੀਅਨ ਟਾਈਮ ਦੇ ਮੁਤਾਬਕ ਅਸੀਂ ਹਰ ਰੋਜ਼ ਸਵੇਰੇ 3 ਵਜੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰਦੇ ਹਾਂ ਔਰ 3 ਵਜੇ ਹੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਸੋ ਹਰ ਰੋਜ਼ 3 ਵਜੇ ਦਾ ਜਿਹੜਾ ਸਮਾਂ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 3 ਵਜੇ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਤੁਸੀਂ ਵੇਖ ਸਕਦੇ ਹੋ ਵੱਖ-ਵੱਖ ਪਲੇਟਫਾਰਮ ਤੇ। ਇਸ ਤੋਂ ਬਾਅਦ ਕੁਝ ਟੈਲੀਵਿਜ਼ਨ ਚੈਨਲਾਂ ਦੇ ਉੱਪਰ ਵੀ ਜਿਹੜਾ ਇਹ ਪ੍ਰੋਗਰਾਮ ਹੈ ਇਹਦਾ ਪ੍ਰਸਾਰਣ ਹੁੰਦਾ ਹੈ। ਸੋ ਤੁਸੀਂ ਆਪਣੀ ਸੁਵਿਧਾ ਮੁਤਾਬਕ ਜਿਹੜੇ ਵੀ ਮੁਲਕ 'ਚ ਤੁਸੀਂ ਰਹਿੰਦੇ ਹੋ ਤੁਸੀਂ ਦੇਖ ਸਕਦੇ ਹੋ। ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ YouTube ਦੇ ਪਲੇਟਫਾਰਮ ਦੇ ਉੱਤੇ ਹੀ ਇਹ ਪ੍ਰੋਗਰਾਮ ਉਪਲਬਧ ਹੈ। ਅਸੀਂ ਹੋਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਪ੍ਰੋਗਰਾਮ ਨਹੀਂ ਪਾਉਂਦੇ ਔਰ ਬਿਨਾਂ ਮਨਜ਼ੂਰੀ ਤੋਂ ਕੋਈ ਵੀ ਚੈਨਲ ਇਸ ਪ੍ਰੋਗਰਾਮ ਨੂੰ ਚਲਾ ਵੀ ਨਹੀਂ ਸਕਦੇ। ਸੋ ਇਸ ਕਰਕੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਲਗਾਤਾਰ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਨੇ ਜੀ। ਸੋ ਗਗਨ, ਇਹ ਪਾਰਲੀਮੈਂਟ ਦੀ ਜਿਹੜੀ ਕਾਰਵਾਈ ਹੈ ਅੱਜ, ਇਹਦੇ ਤੇ ਹੁਣ ਨਜ਼ਰ ਹੋਊਗੀ ਸਾਡੀ ਸਾਰਿਆਂ ਦੀ ਕਿ ਕੀ ਅੱਜ ਪਾਰਲੀਮੈਂਟ ਦੀ ਕਾਰਵਾਈ ਹੁੰਦੀ ਹੈ ਜਿਵੇਂ ਜਿਵੇਂ ਦਿਨ ਅੱਗੇ ਵੱਧਦਾ ਹੈ। ਟਿਲਰ ਜੀ, ਜਿਸ ਤਰ੍ਹਾਂ 1 ਤਰੀਕ ਨੂੰ ਪਾਰਲੀਮੈਂਟ ਦੀ ਕਾਰਵਾਈ ਕਹਿ ਦਈਏ ਕਿ ਰਸਮੀ ਤੌਰ ਤੇ ਅੱਜ ਸ਼ੁਰੂ ਹੋ ਜਾਣੀ ਆ, ਪਰ ਜਿਹੜੀ ਗੱਲਬਾਤ ਦਾ ਦੌਰ ਸ਼ੁਰੂ ਹੋਣਾ 1 ਤਰੀਕ ਤੋਂ ਸ਼ੁਰੂ ਹੋਣਾ ਹੈ। ਜਿਸ ਤਰ੍ਹਾਂ ਕਿਸਾਨਾਂ ਨੇ ਟਰੈਕਟਰ ਜਿਹੜੀ ਪੈਦਲ ਮਾਰਚ ਕਰਨਾ ਸੀ ਪਾਰਲੀਮੈਂਟ ਤੱਕ, ਉਹ ਉਹਨਾਂ ਨੇ ਰੱਦ ਕੀਤਾ ਤੇ 30 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਮਹਾਤਮਾ ਗਾਂਧੀ ਦੇ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਉਸ ਦਿਨ ਦੇ ਉੱਤੇ ਭੁੱਖ ਹੜਤਾਲ 1 ਦਿਨ ਦੀ ਕਰਨਗੇ। ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਉਸ 1 ਤਰੀਕ ਨੂੰ ਜੋ ਪਾਰਲੀਮੈਂਟ ਸੈਸ਼ਨ ਦੇ ਵਿੱਚ ਬਹਿਸ ਹੋਣੀਆਂ ਸ਼ੁਰੂ ਉਸ ਦੇ ਉੱਤੇ ਹੋ ਸਕਦਾ? ਨਹੀਂ, ਦੇਖੋ ਬਿਲਕੁਲ ਜਿਵੇਂ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਜਿਹੜਾ ਵੀ ਪ੍ਰੋਗਰਾਮ ਦੇਣਗੇ ਉਹਨਾਂ ਨੇ ਭੁੱਖ ਹੜਤਾਲ ਰੱਖਣੀ ਹੈ। ਔਰ ਦੇਖੋ ਨਿਸ਼ਚਿਤ ਤੌਰ ਦੇ ਉੱਤੇ ਅਗਰ ਕਿਸਾਨ ਭੁੱਖ ਹੜਤਾਲ ਰੱਖਦੇ ਨੇ, ਹੁਣ ਤਿਰੰਗਾ ਯਾਤਰਾ ਉਹਨਾਂ ਨੇ ਕੱਢੀ ਕੱਲ੍ਹ, ਉਹ ਤਿਰੰਗਾ ਯਾਤਰਾ ਦਾ ਉਦੇਸ਼ ਸੀ ਕਿ ਅਸੀਂ ਸਾਰੇ ਇਸੇ ਝੰਡੇ ਨੂੰ ਮੰਨਣ ਵਾਲੇ ਹਾਂ, ਸਾਡਾ ਕੋਈ ਵੱਖਰੇ ਝੰਡੇ ਦਾ ਪ੍ਰੋਗਰਾਮ ਨਹੀਂ ਸੀ। ਜਿਨ੍ਹਾਂ ਦਾ ਸੀ ਉਹਨਾਂ ਨੂੰ ਤੁਸੀਂ ਫੜੋ। ਔਰ ਇਹ ਵੀ ਗੱਲ ਆਪਾਂ ਨਾਲ ਦੱਸ ਦਈਏ ਕਿ ਦਿੱਲੀ ਦੇ ਵਿੱਚ ਜਿਹੜਾ ਵੱਖਰਾ ਧਾਰਮਿਕ ਝੰਡਾ ਲਹਿਰਾਇਆ ਗਿਆ ਸੀ ਉਹਦੇ ਤੇ ਦਿੱਲੀ ਪੁਲਿਸ ਦੇ ਮੁਤਾਬਕ ਧਾਰਮਿਕ ਝੰਡਾ ਲਹਿਰਾਉਣ ਔਰ ਜੋ ਉੱਥੇ ਹਿੰਸਕ ਘਟਨਾਵਾਂ ਹੋਈਆਂ ਨੇ ਦਿੱਲੀ ਪੁਲਿਸ ਦੇ ਮੁਤਾਬਕ ਉਹਨੂੰ ਦੰਗੇ ਦੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਔਰ ਇਹਦੇ ਨਾਲ ਦੇਸ਼ ਦਰੋਹ ਅਤੇ ਯੂਆਪਾ ਇਹਨਾਂ ਦੋਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਸੋ ਦਿੱਲੀ ਪੁਲਿਸ ਵੱਲੋਂ ਲਾਲ ਕਿਲੇ ਦੀ ਘਟਨਾ ਦੇ ਮਾਮਲੇ 'ਚ, ਝੰਡਾ ਲਹਿਰਾਉਣ ਦੇ ਮਾਮਲੇ ਦੇ ਵਿੱਚ ਔਰ ਦੰਗਾ ਕਰਨ ਦੇ ਇਲਜ਼ਾਮਾਂ ਦੇ ਤਹਿਤ ਦੇਸ਼ ਦਰੋਹ ਅਤੇ ਯੂਆਪਾ ਦੇ ਤਹਿਤ ਕੇਸ ਦਰਜ ਕੀਤਾ ਗਿਆ। ਔਰ ਇਹ ਵੀ ਪਤਾ ਲੱਗਿਆ ਕਿ 2 ਜਿਹੜੇ ਵੱਡੇ ਨੌਜਵਾਨ ਸੀਗੇ ਜਿਹੜੇ ਕਿ ਦਿੱਲੀ 'ਚ ਕਾਫੀ ਸਰਗਰਮ ਰਹੇ ਨੇ, ਸਿੰਘੂ ਬਾਰਡਰ 'ਤੇ ਵੀ ਸਰਗਰਮ ਰਹੇ ਨੇ। ਇੱਕ ਤਾਂ ਲਾਲ ਕਿਲੇ 'ਚ ਬਹੁਤ ਨਜ਼ਰ ਆਇਆ ਦੀਪ ਸਿੱਧੂ ਔਰ ਇੱਕ ਲੱਖਾ ਸਿਧਾਣਾ। ਇਹਨਾਂ ਦੋਨਾਂ ਦੇ ਉੱਤੇ ਕੇਸ ਦਰਜ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਲਈ ਵੀ ਵਾਰੰਟ ਜਾਰੀ ਕੀਤੇ ਗਏ ਨੇ। ਔਰ ਇਸ ਤੋਂ ਇਲਾਵਾ 33 ਕੇਸ ਕੁੱਲ ਦਰਜ ਕੀਤੇ ਗਏ ਨੇ ਦਿੱਲੀ ਦੀ ਹਿੰਸਾ ਤੇ। ਔਰ ਇਹਨਾਂ 33 ਕੇਸਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਲੁੱਕਆਊਟ ਨੋਟਿਸ ਵੀ ਜਾਰੀ ਕੀਤੇ ਗਏ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸਰਕਾਰੀ ਬਿਆਨ ਹੈ ਜਿਹੜਾ ਉਹ ਵੀ ਜਾਰੀ ਹੋਇਆ ਹੈ। ਸੋ ਮੈਂ ਜ਼ਰੂਰ ਚਾਹੂੰਗਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਪੂਰਾ ਬਿਆਨ ਹੈ ਇਹ ਮੈਂ ਪੂਰਾ ਜ਼ਰੂਰ ਪੜ੍ਹਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਬੜਾ ਅਹਿਮੀਅਤ ਰੱਖਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ, ਉਹ ਕਹਿੰਦੇ ਕਿਸਾਨਾਂ ਪ੍ਰਤੀ ਕਿਸਾਨ ਆਗੂਆਂ ਨੂੰ ਲੁੱਕਆਊਟ ਨੋਟਿਸ ਜਾਰੀ ਕੀਤੇ ਜਾਣ ਨੂੰ ਪੂਰਨ ਤੌਰ ਤੇ ਗਲਤ ਗਰਦਾਨਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ, ਕੱਲ੍ਹ ਕਿਹਾ ਉਹਨਾਂ ਨੇ ਕਿ ਕਿਸਾਨਾਂ ਪ੍ਰਤੀ ਮੁਲਕ ਛੱਡ ਜਾਣ ਦੇ ਤੌਖਲੇ ਪ੍ਰਗਟ ਕਰਨੇ ਨਾ ਸਿਰਫ ਤਰਕਹੀਣ ਨੇ ਸਗੋਂ ਨਿੰਦਣਯੋਗ ਵੀ ਨੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸਾਨ ਆਗੂ ਕਿੱਥੇ ਭੱਜ ਜਾਣਗੇ, ਸਵਾਲ ਖੜਾ ਕੀਤਾ ਹੈ। ਉਹਨਾਂ ਕਿਹਾ ਕਿ ਬਹੁਤੇ ਕਿਸਾਨ ਘੱਟ ਜ਼ਮੀਨ ਵਾਲੇ ਛੋਟੀ ਕਿਸਾਨੀ ਨਾਲ ਜੁੜੇ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਵੇਂ ਕਈ ਵੱਡੇ ਕਾਰਪੋਰੇਟ ਭਗੌੜੇ, ਸਾਰਿਆਂ ਦੇ ਨਾਮ ਸਾਨੂੰ ਪਤਾ ਹੈ, ਕਈ ਵੱਡੇ ਕਾਰਪੋਰੇਟ ਭਗੌੜੇ ਨੇ ਜਿਹੜੇ ਕਹਿੰਦੇ ਉਹ ਵੱਡੇ ਕਾਰਪੋਰੇਟ ਭਗੌੜੇ ਨੇ ਜੋ ਮੁਲਕਾਂ ਦਾ ਅਰਬਾਂ ਦਾ ਸਰਮਾਇਆ ਲੁੱਟਣ ਤੋਂ ਬਾਅਦ ਪਿਛਲੇ ਕੁਝ ਸਾਲਾਂ ਤੋਂ ਦੇਸ਼ ਤੋਂ ਬਾਹਰ ਭੱਜ ਗਏ ਸਨ। ਸੋ ਕੈਪਟਨ ਅਮਰਿੰਦਰ ਕਹਿੰਦੇ ਤੁਸੀਂ ਇਹਨਾਂ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ 'ਚ ਤਾਂ ਨਾਕਾਮ ਰਹੇ ਪਰ ਹੁਣ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ। ਸੋ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੁੱਕਆਊਟ ਨੋਟਿਸ ਵਾਪਸ ਲੈਣ ਲਈ ਤੁਰੰਤ ਦਿੱਲੀ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਜਾਣ। ਭਾਵ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ
ਦਿੱਲੀ ਪੁਲਿਸ ਨੂੰ ਇਹਨਾਂ ਕਿਸਾਨਾਂ ਖਿਲਾਫ ਨਾ ਤਾਂ ਕੇਸ ਦਰਜ ਕਰਨਾ ਚਾਹੀਦਾ ਸੀ, ਨਾ ਹੀ ਲੁੱਕਆਊਟ ਨੋਟਿਸ ਜਾਰੀ ਕਰਨਾ ਚਾਹੀਦਾ ਸੀ। ਸੋ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਇੱਕ ਵਾਰ ਖੁੱਲ੍ਹ ਕੇ ਸਟੈਂਡ ਹੈ ਜਿਹੜਾ ਇਹਨਾਂ ਕਿਸਾਨਾਂ ਦੇ ਨਾਲ ਲਿਆ ਗਗਨ। ਔਰ ਬੀਜੇਪੀ ਦੇ ਦੇਖੋ, ਰਾਹੁਲ ਗਾਂਧੀ ਨੇ ਉਸ ਦਿਨ ਹਿੰਸਾ ਦੀ ਨਿੰਦਾ ਕੀਤੀ ਸੀ। ਰਾਹੁਲ ਗਾਂਧੀ ਨੇ ਵੀ ਕਿਹਾ ਸੀ ਵੀ ਹਿੰਸਾ ਨਹੀਂ ਹੋਣੀ ਚਾਹੀਦੀ, ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਔਰ ਬੀਜੇਪੀ ਦੇ ਜਿਹੜੇ ਕੁਝ ਲੀਡਰ ਨੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਘੇਰਿਆ ਵੀ ਰਾਹੁਲ ਗਾਂਧੀ ਵੀ ਕਿਤੇ ਨਾ ਕਿਤੇ ਉਕਸਾ ਰਹੇ ਸੀ ਕਿਸਾਨਾਂ ਨੂੰ, ਜਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਔਰ ਕੱਲ ਜਿਹੜੀ ਸੁਰਜੇਵਾਲਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਤਾਂ ਦੀਪ ਸਿੱਧੂ ਦੀਆਂ ਫੋਟੋਆਂ ਦਿਖਾਤੀਆਂ ਪ੍ਰਧਾਨ ਮੰਤਰੀ ਸਾਹਿਬ ਨਾਲ, ਸਨੀ ਦਿਓਲ ਨਾਲ, ਜਿਹੜੇ ਐਮਪੀ ਨੇ ਭਾਰਤੀ ਜਨਤਾ ਪਾਰਟੀ ਦੇ। ਇਸ ਕਰਕੇ ਕੈਪਟਨ ਅਮਰਿੰਦਰ ਵਿੱਚ ਆ ਗਏ। ਕੈਪਟਨ ਅਮਰਿੰਦਰ ਨੇ ਸਾਫ਼ ਕਹਿਤਾ ਕਿ ਜਾਣਬੁੱਝ ਕੇ ਟਾਰਗੇਟ ਨਾ ਕੀਤਾ ਜਾਵੇ ਕਿਸਾਨਾਂ ਨੂੰ ਜੀ। ਔਰ ਉਹਨਾਂ ਨੇ ਇਹ ਵੀ ਕਹਿਤਾ ਕਿ ਕਾਂਗਰਸ ਦਾ ਕਿਸੇ ਹਿੰਸਾ ਨੂੰ ਉਕਸਾਉਣ 'ਚ ਕੋਈ ਯੋਗਦਾਨ ਨਹੀਂ। ਔਰ ਕੈਪਟਨ ਨੇ ਇਹ ਵੀ ਕਿਹਾ ਕਿ ਜਿਹੜੇ ਹਿੰਸਾ ਜਿਨ੍ਹਾਂ ਨੇ ਕੀਤੀ ਹੈ ਮੈਂ ਉਹਨਾਂ ਦੀ ਨਿੰਦਾ ਕਰਦਾ ਔਰ ਮੈਂ ਸਾਰੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਨਾਲ ਖੜਾ। ਦੇਖੋ, ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇੱਕ ਵਾਰੀ ਫਿਰ ਆਪਣਾ ਸਟੈਂਡ ਦੁਹਰਾਇਆ ਜੀ। ਬਿਲਕੁਲ। ਸੋ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਬਿਆਨ ਜਾਰੀ ਹੋ ਰਹੇ ਨੇ ਤੇ ਇੱਕ ਹੋਰ ਮੁੱਖ ਮੰਤਰੀ ਦਾ ਬਿਆਨ ਹੈ ਜੋ ਲਗਾਤਾਰ ਚਰਚਾਵਾਂ ਦੇ ਵਿੱਚ, ਉਹ ਅੱਗੇ ਜਾ ਕੇ ਚਰਚਾ ਦਾ ਵਿਸ਼ਾ ਬਣਾਵਾਂਗੇ ਤੇ ਅੱਗੇ ਜਾ ਕੇ ਉਸ ਦੇ ਉੱਤੇ ਵੀ ਟਿੱਪਣੀ ਜ਼ਰੂਰ ਲਾਵਾਂਗੇ ਜੋ ਪੰਜਾਬੀ ਭਾਸ਼ਾ ਨੂੰ ਲੈ ਕੇ ਹੈ। ਡੱਲਾ ਜੀ, ਉਧਰ ਦੂਜੇ ਪਾਸੇ ਹੁਣ ਗੱਲਬਾਤ ਉਸ ਮਸਲੇ ਦੀ ਕਰਦੇ ਹਾਂ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਹੋਰ ਵਿਧਾਨ ਸਭਾ ਨੇ ਪ੍ਰਸਤਾਵ ਪਾਸ ਕੀਤਾ ਹੈ। ਪੱਛਮੀ ਬੰਗਾਲ ਦੇ ਵਿੱਚ ਇਹ ਸਾਰੀ ਘਟਨਾਕ੍ਰਮ ਹੋਈ ਹੈ। ਹਾਲਾਂਕਿ ਉੱਥੇ ਭਾਜਪਾ ਵਾਲਿਆਂ ਨੇ ਵਿਰੋਧ ਵੀ ਕੀਤਾ ਹੈ, ਭਾਜਪਾ ਦੇ ਕੁਝ ਵਿਧਾਇਕ ਸੀ। ਕੀ ਕੁਝ ਜਿਹੜਾ ਇਸ ਘਟਨਾਕ੍ਰਮ ਦੇ ਵਿੱਚ ਰਿਹਾ ਉਹ ਜ਼ਰੂਰ ਵਿਸਥਾਰ ਦੇ ਨਾਲ ਦੇਖੋ। ਪੱਛਮੀ ਬੰਗਾਲ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਲਿਆ ਕੇ ਇੱਕ ਤਰੀਕੇ ਨਾਲ ਇਹਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਹੈ। ਉੱਥੇ ਕਾਂਗਰਸ ਔਰ ਤ੍ਰਿਣਮੂਲ ਕਾਂਗਰਸ, ਇਹਨਾਂ ਦੋਵਾਂ ਨੇ ਵਿਰੋਧ ਕੀਤਾ। ਉੱਥੇ ਤਿੰਨ ਮੁੱਖ ਰੂਪ 'ਚ ਵੱਡੀਆਂ ਪਾਰਟੀਆਂ ਨੇ, ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ। ਤ੍ਰਿਣਮੂਲ ਕਾਂਗਰਸ ਔਰ ਕਾਂਗਰਸ ਨੇ ਵਿਰੋਧ ਕੀਤਾ ਹੈ ਔਰ ਇਹ ਮਤੇ ਨੇ ਜਿਹੜੇ ਪਾਸ ਕਰਤੇ। ਉੱਥੇ ਬਹੁਮਤ ਹੈ ਇਹਨਾਂ ਕੋਲੇ, ਬੀਜੇਪੀ ਕੋਲੇ ਬਹੁਮਤ ਨਹੀਂ ਹੈ। ਸੋ ਬੀਜੇਪੀ ਦੇ ਲੀਡਰਾਂ ਨੇ ਉੱਥੇ ਹਾਲਾਂਕਿ ਵਿਰੋਧ ਕੀਤਾ ਔਰ ਇਸ ਦੇ ਬਾਵਜੂਦ ਵੀ ਮਮਤਾ ਬਨਰਜੀ ਨੇ, ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਸਟੈਂਡ ਲਿਆ। ਦੇਖੋ, ਜੋ ਕੁਝ ਦਿੱਲੀ 'ਚ ਹੋਇਆ, ਮਮਤਾ ਬਨਰਜੀ ਨੇ ਉਹਨੂੰ ਕੰਟਰੋਲ ਕਰਨ 'ਚ ਵੀ ਦਿੱਲੀ ਪੁਲਿਸ ਨੂੰ ਨਾਕਾਮ ਦੱਸਿਆ ਔਰ ਨਰਿੰਦਰ ਮੋਦੀ ਦੀ ਸਰਕਾਰ 'ਤੇ ਹੀ ਮਮਤਾ ਬਨਰਜੀ ਨੇ ਤਾਂ ਸਿਆਸੀ ਅਟੈਕ ਕੀਤਾ। ਉਹ ਕਹਿੰਦੇ ਨਰਿੰਦਰ ਮੋਦੀ ਦੀ ਸਰਕਾਰ ਰੱਖਿਆ ਹੀ ਨਹੀਂ ਕਰ ਸਕੀ ਲਾਲ ਕਿਲੇ ਦੀ। ਉਹਨਾਂ ਨੇ ਇਸ ਰੂਪ ਦੇ ਵਿੱਚ ਇਹਨੂੰ ਕਿਹਾ ਕਿ ਦੇਸ਼ ਦਾ ਲਾਲ ਕਿਲਾ ਹੋਵੇ, 26 ਜਨਵਰੀ ਦਾ ਦਿਨ ਹੋਵੇ ਗਗਨ, 26 ਜਨਵਰੀ ਦਾ ਦਿਨ ਹੋਵੇ ਤੇ ਦੇਸ਼ ਦਾ ਲਾਲ ਕਿਲਾ ਹੋਵੇ ਤੇ ਹਰ ਥਾਂ ਤੇ ਬੈਰੀਕੇਡਿੰਗ ਸੀ, ਹੈ ਜੀ, ਹਰ ਥਾਂ ਤੇ ਬੈਰੀਕੇਡਿੰਗ ਸੀ ਤੇ ਲਾਲ ਕਿਲੇ 'ਚ ਆਸਾਨੀ ਦੇ ਨਾਲ ਦਾਖਲ ਹੋ ਗਏ ਅੰਦਰ ਲੋਕ। ਇਹ ਕਿੱਦਾਂ ਪੋਸੀਬਲ ਹੈ? ਇਹਦਾ ਮਤਲਬ ਹੈ ਜਾਂ ਤਾਂ ਪੁਲਿਸ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ ਜਾਂ ਪੁਲਿਸ ਦੀ ਮਨਸ਼ਾ ਨਹੀਂ ਸੀ ਕਿ ਉੱਥੇ ਅਸੀਂ ਬੈਰੀਕੇਡਿੰਗ ਕਰੀਏ, ਜਾਂ ਆਪਾਂ ਇਹ ਕਹਿ ਦਈਏ ਵੀ ਕਈ ਵਾਰੀ ਆਪਾਂ ਗੇਟ ਖੁੱਲ੍ਹੇ ਛੱਡ ਦਿੰਦੇ ਹਾਂ ਵੀ ਜਿਹੜਾ ਮਰਜ਼ੀ ਆ ਜਾਏ। ਸੋ ਇਹ ਸਵਾਲ ਸੁਪਰੀਮ ਕੋਰਟ ਤੱਕ ਜਾਣਗੇ ਜਦੋਂ ਜਾਂਚ ਹੋਏਗੀ ਪੂਰੇ ਮਸਲੇ ਦੀ। ਹਾਲਾਂਕਿ ਦਿੱਲੀ ਪੁਲਿਸ ਨੇ ਕਿਹਾ ਕਿ ਅਸੀਂ SIT ਬਣਾਈ ਹੈ। ਦੇਖੋ, ਉਹ ਘਟਨਾ ਗਲਤ ਹੈ। ਜਿਹੜੇ ਕੁਝ ਨੌਜਵਾਨਾਂ ਨੇ ਉੱਥੇ ਜਾ ਕੇ ਭੜਥੂ ਪਾਇਆ, ਉੱਥੇ ਝੰਡੇ ਦਾ ਵੱਖਰਾ ਪ੍ਰੋਗਰਾਮ ਉਹਨਾਂ ਨੇ ਬਣਾਇਆ, ਉਹ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉਹ ਉਦੇਸ਼ ਨਹੀਂ ਸੀ। ਇੱਕ ਪਰੰਪਰਾ ਹੈ, ਦੇਸ਼ ਦਾ ਸੰਵਿਧਾਨ ਹੈ, ਇੱਕ ਕਾਨੂੰਨ ਹੈ। ਜਿਸ ਥਾਂ ਤੇ ਸੰਵਿਧਾਨ ਨੇ ਕਹਿਤਾ ਕਿ ਸਿਰਫ ਕੌਮੀ ਝੰਡਾ ਲੱਗੂਗਾ, ਉਸ ਥਾਂ ਦੇ ਉੱਤੇ ਹੋਰ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ ਜੀ। ਕੋਈ ਵਿਵਸਥਾ ਨਹੀਂ ਹੈ। ਹਾਂ, ਤੁਸੀਂ ਡੈਮੋਕ੍ਰੇਸੀ ਹੈ, ਤੁਸੀਂ ਪਾਰਲੀਮੈਂਟ 'ਚ ਮੰਗ ਕਰੋ ਕਿ ਕੋਈ ਵਿਵਸਥਾ ਹੋਵੇ ਵੀ ਤੁਸੀਂ ਅਜਿਹਾ ਕੰਮ ਕਰ ਸਕੋ। ਕੋਈ ਪਾਰਲੀਮੈਂਟ 'ਚ ਸੰਵਿਧਾਨ ਨਵਾਂ ਬਣੂਗਾ, ਕੋਈ ਵਿਵਸਥਾ ਆਊਗੀ ਤਾਂ ਦਿਨ ਤਿਉਹਾਰ ਦੇ ਮੌਕੇ ਇਹ ਚੀਜ਼ਾਂ ਤੇ ਸਰਕਾਰ ਵਿਚਾਰ ਕਰੇ। ਬਿਲਕੁਲ। ਪਰ ਬਿਨਾਂ ਕਿਸੇ ਉਦੇਸ਼ ਦੇ ਜਾ ਕੇ ਜਾਂ ਇੱਕ ਅੰਦੋਲਨ ਦੀ ਭਾਵਨਾ ਤੋਂ ਵੱਖਰੇ ਜਾ ਕੇ ਜਦੋਂ ਤੁਸੀਂ ਕੋਈ ਅਜਿਹੀ ਕਾਰਵਾਈ ਕਰੋਗੇ ਤੇ ਉਹਦੇ ਨਾਲ ਨੁਕਸਾਨ ਝੱਲਣਾ ਪੈਂਦਾ ਹੈ। ਦੇਖੋ, ਹੋ ਰਿਹਾ ਨੁਕਸਾਨ। ਬਿਲਕੁਲ। ਸੋ ਇੰਨਾ ਮਾਣਮੱਤਾ ਇਤਿਹਾਸ ਔਰ ਕਿੱਡਾ ਸਾਡੇ ਲਈ ਉਹ ਪਵਿੱਤਰਤਾ ਵਾਲਾ ਸਾਡਾ ਚਿੰਨ੍ਹ ਹੈ ਗਗਨ। ਬਿਲਕੁਲ। ਸੋ ਜਿਹੜੇ ਨੌਜਵਾਨ ਨੇ ਉਹਨਾਂ ਨੂੰ 100 ਵਾਰੀ ਸੋਚਣਾ ਚਾਹੀਦਾ ਸੀ, 100 ਵਾਰੀ ਸੋਚਣਾ ਚਾਹੀਦਾ ਸੀ ਕਿ ਕੀ ਇਹ ਪ੍ਰੋਗਰਾਮ ਸੀ, ਕੋਈ ਦਿੱਤਾ ਹੋਇਆ ਸੀ ਪ੍ਰੋਗਰਾਮ? ਨਹੀਂ ਸੀ ਇਹ ਕੋਈ ਪ੍ਰੋਗਰਾਮ। ਜੇ ਕਿਸੇ ਚੰਦ ਬੰਦਿਆਂ ਦਾ ਪ੍ਰੋਗਰਾਮ ਸੀ ਤੇ ਉਹ ਕਿਸਾਨ ਅੰਦੋਲਨ ਨਾਲ ਉਹਦਾ ਸੰਬੰਧ ਕਿਉਂ ਬਣਾਇਆ ਗਿਆ? ਬਿਲਕੁਲ। ਉਹ ਫਿਰ ਸਰਕਾਰ ਆਪਣੇ ਲੈਵਲ ਤੇ ਦੇਖਦੀ ਤੁਹਾਨੂੰ। ਸੋ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਗਗਨ, ਇਹ ਬਹੁਤ ਇਹਨਾਂ ਦੇ ਦੂਰਗਾਮੀ ਨਤੀਜੇ ਰਹਿਣਗੇ, ਦੂਰਗਾਮੀ ਨਤੀਜੇ ਰਹਿਣਗੇ। ਬਿਲਕੁਲ। ਔਰ ਤੁਸੀਂ ਦੇਖੋ, ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ, ਕਿੰਨੀਆਂ ਗੰਭੀਰ ਧਾਰਾਵਾਂ ਦੇ ਵਿੱਚ ਕੇਸ ਦਰਜ ਕੀਤੇ ਗਏ ਨੇ ਔਰ
ਗ੍ਰਿਫਤਾਰੀ ਹੋਣ ਦੀ ਸੂਰਤ ਦੇ ਵਿੱਚ ਅਜਿਹੇ ਕੇਸਾਂ ਦੇ ਵਿੱਚ ਜ਼ਮਾਨਤ ਦਾ ਵੀ ਕੁਝ ਨਹੀਂ ਪਤਾ ਕਿ ਕਦੋਂ ਜ਼ਮਾਨਤ ਹੋਏਗੀ। ਬਿਲਕੁਲ। ਸੋ ਇਸ ਕਰਕੇ ਕਿਸੇ ਵੀ ਹਿੰਸਕ ਵਾਰਦਾਤ ਤੋਂ, ਘਟਨਾ ਤੋਂ ਬਚਣ ਦੀ ਲੋੜ ਹੈ। ਅਤੀ ਉਤਸ਼ਾਹ ਦੇ ਵਿੱਚ ਆ ਕੇ ਕੋਈ ਅਜਿਹਾ ਕਦਮ ਨਾ ਕੋਈ ਨੌਜਵਾਨ ਚੁੱਕੇ। ਦੇਖੋ ਉਸ ਦਿਨ ਬਜ਼ੁਰਗਾਂ ਨੇ, ਸੀਨੀਅਰ ਬੰਦਿਆਂ ਨੇ, ਸਾਰਿਆਂ ਨੇ ਸਮਝਾਇਆ ਜੀ। ਸੋ ਕਿਸਾਨ ਆਗੂਆਂ ਨੂੰ ਵੀ ਚਾਹੀਦਾ ਸੀ ਕਿ ਉਸ ਦਿਨ ਉੱਥੇ ਦੁਬਾਰਾ ਵਾਪਸ ਰਾਤ ਨੂੰ ਆਉਂਦੇ। ਜਿਹੜੇ ਨੌਜਵਾਨ ਕੋਈ ਮਾੜੇ ਮੋਟੇ ਗਲਤ ਬਿਆਨਬਾਜ਼ੀ ਕਰ ਰਹੇ ਸੀ ਉਹਨਾਂ ਨੂੰ ਤੁਰੰਤ ਸਮਝਾਉਂਦੇ। ਔਰ ਮੈਂ ਕਹਿੰਦਾ ਦੇਖੋ ਜਿਹੜੀਆਂ ਸਟੇਜਾਂ ਕਿਸਾਨ ਲਾਉਂਦੇ ਨੇ ਨਾ ਜੀਆਂ, ਇਹ ਸਟੇਜਾਂ ਤੇ ਬਹੁਤ ਸੋਚ ਸਮਝ ਕੇ ਲੋਕ ਬੁਲਵਾਏ ਜਾਣੇ ਚਾਹੀਦੇ ਨੇ। ਬਿਲਕੁਲ। ਬਹੁਤ ਸੋਚ ਸਮਝ ਕੇ ਪ੍ਰੋਟੋਕਾਲ ਹੋਣਾ ਚਾਹੀਦਾ ਕੋਈ ਨਾ ਕੋਈ। ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਭਾਸ਼ਣ ਦੇਵੇ ਇਹ ਵੀ ਨਹੀਂ ਹੋਣਾ ਚਾਹੀਦਾ। ਮੈਂ ਦੇਖਿਆ ਕਈ ਲੋਕ ਬੜੇ ਅਪਸ਼ਬਦਾਂ ਦਾ ਵੀ ਪ੍ਰਯੋਗ ਕਰਦੇ ਨੇ। ਸੰਜਮ ਤੋਂ ਕੰਮ ਲੈਣਾ ਬਹੁਤ ਜ਼ਰੂਰੀ ਸੀ। ਜਿੱਥੇ ਇਹ ਅੰਦੋਲਨ ਪੁੱਜਿਆ ਸੀ, ਇਹ ਇਤਿਹਾਸ 'ਚ ਕਦੀ ਅੰਦੋਲਨ ਇੱਥੇ ਪੁੱਜਦੇ ਨੇ। ਬਿਲਕੁਲ। ਔਰ ਹੁਣ ਰੱਬ ਸੁੱਖ ਰੱਖੇ ਕਿ ਸ਼ਾਂਤੀਪੂਰਵਕ ਅੰਦੋਲਨਕਾਰੀਆਂ ਤੇ ਸਰਕਾਰਾਂ ਦੇ ਵਿੱਚ ਬਹਿ ਕੇ ਇਹ ਮਸਲਾ ਨਿਬੜੇ। ਬਿਲਕੁਲ। ਕਿਉਂਕਿ ਇਹਦੇ ਹਾਂ ਪੱਖੀ ਨਤੀਜੇ ਤਾਂ ਹੀ ਨਿਕਲਣਗੇ ਜਦੋਂ ਸਰਕਾਰ ਤੇ ਕਿਸਾਨਾਂ 'ਚ ਸਹਿਮਤੀ ਬਣੂ। ਅਗਰ ਦੋਨੇ ਧਿਰਾਂ ਜ਼ਿੱਦ ਕਰਨਗੀਆਂ ਤੇ ਗੱਲ ਅੱਗੇ ਨਹੀਂ ਤੁਰਨੀ। ਜੀ। ਤੇ ਢਿੱਲੋਂ ਜੀ, ਇਸ ਦੇ ਨਾਲ ਹੀ ਹੁਣ ਜਾਂਦੇ ਰੁੱਖ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੇ ਵੱਲ ਕਰਾਂਗੇ। ਜਿਹੜੀ ਚਿੱਠੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਹੈ ਕਿ ਪੰਜਾਬੀ ਭਾਸ਼ਾ ਨੂੰ ਜਿਹੜਾ ਵਾਪਸ ਉਸੇ ਜਗ੍ਹਾ ਦੇ ਉੱਤੇ ਲਿਆਂਦਾ ਜਾਵੇ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਸੀ। ਇਸ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਜੰਮੂ ਕਸ਼ਮੀਰ ਦੇ ਵਿੱਚ ਉਰਦੂ ਨੂੰ ਦਰਜਾ ਦਿੱਤਾ ਗਿਆ, ਜਿਹੜੀ ਉੱਥੋਂ ਦੀ ਭਾਸ਼ਾ ਹੈ। ਮੇਰੇ ਕੋਲ ਇੱਥੇ ਲਿਖਿਆ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ। ਜੰਮੂ ਕਸ਼ਮੀਰ ਹੈ, ਹਿੰਦੀ ਨੂੰ ਅਧਿਕਾਰਿਤ ਭਾਸ਼ਾ ਦਿੱਤਾ, ਡੋਗਰੀ ਨੂੰ ਦਿੱਤਾ, ਉਰਦੂ ਨੂੰ ਦਿੱਤਾ ਤੇ ਅੰਗਰੇਜ਼ੀ ਨੂੰ ਦਿੱਤਾ। ਉਰਦੂ, ਅੰਗਰੇਜ਼ੀ, ਕਸ਼ਮੀਰੀ, ਡੋਗਰੀ ਅਤੇ ਹਿੰਦੀ। ਔਰ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਯਾਦ ਕਰਾਇਆ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਹੀ ਜੰਮੂ ਕਸ਼ਮੀਰ ਪੰਜਾਬ ਦਾ ਹੀ ਹਿੱਸਾ ਰਿਹਾ ਜੀ। ਔਰ ਵੱਡੇ ਪੱਧਰ ਤੇ ਲੋਕ ਉੱਥੇ ਪੰਜਾਬੀ ਬੋਲਦੇ ਰਹੇ ਨੇ। ਔਰ ਅੱਜ ਵੀ ਉੱਥੇ ਪੰਜਾਬੀ ਭਾਈਚਾਰੇ ਵਾਲੇ ਲੋਕ ਨੇ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ। ਇਸ ਕਰਕੇ ਮੋਦੀ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਅਧਿਕਾਰਿਤ ਭਾਸ਼ਾਵਾਂ ਦੀ ਸੂਚੀ ਦੇ ਵਿੱਚ ਪੰਜਾਬੀ ਨੂੰ ਦਰਜ ਕੀਤਾ ਜਾਵੇ। ਔਰ ਜਿਹੜੀਆਂ ਯੂਟੀ ਦੀਆਂ ਅਧਿਕਾਰਿਤ ਭਾਸ਼ਾਵਾਂ ਨੇ, ਸਿਰਫ ਉੱਥੇ ਨਹੀਂ ਸਗੋਂ ਸਕੂਲਾਂ 'ਚ ਵੀ ਲਾਜ਼ਮੀ ਭਾਸ਼ਾ ਦੇ ਤੌਰ ਤੇ ਪੰਜਾਬੀ ਨੂੰ ਪੜ੍ਹਾਇਆ ਜਾਵੇ। ਸੋ ਇਸ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੈ। ਔਰ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਇਸ ਮਸਲੇ ਦੇ ਉੱਤੇ ਵੀ ਜੰਮੂ ਕਸ਼ਮੀਰ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਸਰਗਰਮੀ ਹੈ ਜਿਹੜੀ ਉਹ ਪੈਦਾ ਹੋਏਗੀ ਜੀ। ਲੋਕ ਮੰਗ ਕਰ ਸਕਦੇ ਨੇ ਕਿ ਪੰਜਾਬੀ ਜ਼ੁਬਾਨ ਨੂੰ ਤੁਸੀਂ ਦੇਖੋ, ਕੈਨੇਡਾ ਵਰਗੇ ਮੁਲਕਾਂ 'ਚ ਕਿੱਡੀ ਮਾਨਤਾ ਪੰਜਾਬੀ ਨੂੰ। ਬਿਲਕੁਲ। ਕੈਨੇਡਾ, ਅਮਰੀਕਾ, ਯੂਕੇ, ਕਿੰਨੇ ਸਾਡੇ ਪੰਜਾਬੀ ਦੇ ਉੱਥੇ ਮੈਂਬਰ ਪਾਰਲੀਮੈਂਟ ਨੇ। ਔਰ ਜੰਮੂ ਕਸ਼ਮੀਰ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਰਿਹਾ ਇੰਨਾ ਸਮਾਂ। ਹਿਮਾਚਲ, ਹਰਿਆਣਾ, ਸਾਰਾ ਦਿੱਲੀ ਤੱਕ ਪੰਜਾਬ ਹੀ ਸੀ ਗਗਨ ਜੀ। ਸੋ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਤਾਂ ਜ਼ਰੂਰ ਭਾਰਤ ਦੀ ਸਰਕਾਰ ਨੂੰ ਵਿਚਾਰ ਕਰਕੇ ਦਾਖਲ ਕਰਨਾ ਚਾਹੀਦਾ ਹੈ। ਬਿਲਕੁਲ। ਸੋ ਅੱਜ ਦੇ ਪਾਰਲੀਮੈਂਟ ਸੈਸ਼ਨ ਦੇ ਵੱਲ ਨਿਗਾਹਾਂ ਰੱਖਾਂਗੇ ਕਿਉਂਕਿ ਅੱਜ ਹਾਲਾਂਕਿ ਜਿਸ ਤਰ੍ਹਾਂ ਬਾਈਕਾਟ ਕਰਨ ਦੀ ਗੱਲ ਕਈ ਵਿਰੋਧੀ ਧਿਰਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਰਾਸ਼ਟਰਪਤੀ ਦੇ ਉਸ ਭਾਸ਼ਣ ਸਮਾਗਮ ਦੀ। ਸੋ ਇਸ ਕਰਕੇ ਹੁਣ 1 ਮਾਰਚ ਜੋ 1 ਫਰਵਰੀ ਮਾਫ ਕਰਨਾ 1 ਫਰਵਰੀ ਨੂੰ ਜੋ ਜਿਸ ਤਰ੍ਹਾਂ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣੀ ਹੈ ਸੋਮਵਾਰ ਤੋਂ, ਉਸ ਕਾਰਵਾਈ ਦੇ ਉੱਤੇ ਜ਼ਰੂਰ ਨਿਗਾਹ ਬਣਾ ਕੇ ਰੱਖਿਆ ਕਿਉਂਕਿ ਉਸ ਦਿਨ ਵਿਰੋਧੀ ਧਿਰਾਂ ਪਹਿਲਾਂ ਹੀ ਤਿਆਰੀ ਕਰਕੇ ਚੱਲੀਆਂ ਨੇ। ਬੀਤੇ ਦਿਨ ਹੀ ਆਪਾਂ ਰਵਨੀਤ ਬਿੱਟੂ ਦਾ ਬਿਆਨ ਵੀ ਸੁਣਿਆ, ਸਾਰੇ ਜਿਹੜੇ ਸਿਆਸੀ ਆਗੂ ਨੇ ਸਭ ਦਾ ਬਿਆਨ ਸੁਣਿਆ। ਉਹਨਾਂ ਦਾ ਕਹਿਣਾ ਕਿ ਅਸੀਂ ਘੇਰਾਂਗੇ, ਅਸੀਂ ਹਰ ਸਵਾਲ ਦੇ ਉੱਤੇ ਸਰਕਾਰ ਨੂੰ ਘੇਰਾਂਗੇ ਤੇ ਉਹਨਾਂ ਤੋਂ ਜਵਾਬ ਮੰਗਾਂਗੇ ਕਿ ਇੰਨੇ ਲੋਕ ਇੰਨੇ ਦਿਨ ਤੋਂ ਉੱਥੇ ਬੈਠੇ ਨੇ, ਉਹਨਾਂ ਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ। ਸੋ ਇਸ ਕਰਕੇ ਇਸ ਵਾਰ ਦਾ ਜੋ ਸਾਰਾ ਪਾਰਲੀਮੈਂਟ ਸੈਸ਼ਨ ਹੈ ਉਹ ਹੰਗਾਮਿਆਂ ਭਰਾ ਰਹਿਣ ਵਾਲਾ ਤੇ ਉਸ ਦੇ ਵਿੱਚ ਵੱਡੇ ਸਵਾਲ ਜਵਾਬ ਹੋ ਸਕਦੇ ਨੇ। ਸੋ ਇਸ ਕਰਕੇ ਲਗਾਤਾਰ ਚਰਚਾਵਾਂ ਦੇ ਵਿੱਚ ਰੱਖਾਂਗੇ ਇਸ ਮਸਲੇ ਨੂੰ ਵੀ। ਤੇ ਨਾਲ ਹੀ ਕਿਸਾਨੀ ਅੰਦੋਲਨ ਬਾਦਸਤੂਰ ਜਾਰੀ ਹੈ, ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ ਉਸੇ ਤਰ੍ਹਾਂ ਹੁਣ ਕਿਸਾਨੀ ਅੰਦੋਲਨ ਹੈ। ਕਿਸਾਨ ਆਗੂਆਂ ਦੇ ਲਗਾਤਾਰ ਬਿਆਨ ਆ ਰਹੇ ਨੇ ਕਿ ਉੱਥੇ ਕਿਸੇ ਕਿਸਮ ਦੀ ਅਜਿਹੀ ਘਟਨਾ ਨਹੀਂ ਹੋਈ ਜਿਸ ਦੇ ਚੱਲਦਿਆਂ ਲੋਕ ਵਾਪਸ ਆ ਰਹੇ ਨੇ। ਹਾਲਾਂਕਿ ਉਸ ਘਟਨਾ ਦੀ ਨਿੰਦਾ ਕੀਤੀ ਹੈ ਜੋ ਲਾਲ ਕਿਲ੍ਹੇ ਦੇ ਉੱਤੇ ਹੋਇਆ, ਪਰ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਲੋਕ ਉਸੇ ਤਰ੍ਹਾਂ ਬੈਠੇ ਨੇ ਜਿਸ ਤਰ੍ਹਾਂ ਪਹਿਲਾਂ ਸੀ। ਸੋ ਇਸ ਕਰਕੇ ਉੱਥੇ ਦਾ ਮਾਹੌਲ ਬਿਲਕੁਲ ਸ਼ਾਂਤਮਈ ਹੈ ਤੇ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਸਾਰਾ ਮਾਹੌਲ ਸ਼ਾਂਤਮਈ ਰਹੇ। ਸੋ ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।